ਪ੍ਰੈਸ ਦੇ ਤੇ ਟੈਲੀਵਿਜ਼ਨ ਦੇ ਸਾਰੇ ਨੁਮਾਇੰਦਾ ਸਾਹਿਬਾਨ, ਬਹੁਤ ਲੰਮੇ ਸਮੇਂ ਤੋਂ ਬਾਅਦ मैं कोर कमेटी की मीटिंग च हाज़री भरी है। हाज़री इस करके भरी है कि अज जिस मुद्दे लई कोर कमेटी ने ये मीटिंग रखी है वो नहायत ही मसला अहम है। बड़े दुख की गल है कि पंजाब विच थोड़े समय च ही 3 दफा ये सैक्रेलेज हुई है। पहला आनंदपुर साहब, फिर उस बाद गुटका साहब जिहड़े दरबार साहब, सरोवर साहब, ते तीजा हुण हरमंदर साहब। और इस तरह के वड्डे हमले पहला भी हुंदे रहे है, मुगलों के वेले भी हुंदे रहे है, अंग्रेज़ों के हुंदे हुए रहे है। ते दुख की गल है कि जो देश की अपनी सरकार सी उदों सब तो वड्डा फौजी हमला इत्थे होया, जिहदा अकाल तख्त साहब जख्मी होए, हरमंदर साहब गोलियां नाल बिन्ने गए और श्री गुरु ग्रंथ साहब महाराज ते भी गोलियां लगियां। हुण फिर ये हिस्टरी दोहराई जा रही है। श्री हरमंदर साहब कोई कला सिख धर्म का ही नहीं, कोई हिंदुस्तानियों का ही नहीं, बल्कि सारे दुनिया का एक पवित्र स्थान है जिथे हमेशा ही सरबत के भले की गल की जाती है। लेकिन दुख की गल है कि यह जिहियां घटना वापर रही हैं, जिहदा खालसा पंथ अति दुखी है और दूजे हिंदुस्तानी भी जिहड़े सही सोच वाले है उन्हां दे मन ते भी बहुत सट लगी है। ये ना बर्दाश्त वाली गल है। हुण जिस तरह सबर का प्याला लबरेज हो जाता है उस तरह के हालात हो गए। श्रोमणी अकाली दल जिहड़ी शुरू तो ही अमन शांति ते भाईचारक सांझ और सारे धर्मां का सत्कार करने वाली पार्टी है, ਉਹਦੇ ਹੁਣ ਉਸ ਨੂੰ भी ये मौका देखने का मौका मिले कि हरमंदर साहब से हमला हो गया। बड़े अफसोस की गल है कि एक कांग्रेस इतों की जिहड़ी सरकार है पंजाब की, मैं कोई सियासी रंगत नहीं देना चाहता, इन्होंने कि असी 3 दिनों के अंदर अंदर असी मुलजम फड़ लांगे, सिट मुकर्रर करती है। लेकिन जो 6-7 दिन टप गए, ये कोई इन्हां दी सीरीयसनैस नहीं नज़र आ रही, ना हिंदुस्तान की सरकार की ना पंजाब सरकार की। इसलिए ਇਹਦਾ बहुत दुख है, बहुत सदमा है। इस वास्ते 2 तारीख ਨੂੰ श्री अमृतसर साहब मंजी साहब एक बहुत वड्डा पंथक इकट्ठ रोस इकट्ठ हो रहा है, जिहदे च
ਇਹ ਰੋਸ ਦਾ ਪ੍ਰਗਟਾਵਾ ਕੀਤਾ ਜਾਏਗਾ। ਔਰ ਇਸ ਤੋਂ ਬਾਅਦ ਜੇ ਇਹ ਫਿਰ ਸੁੱਤੀਆਂ ਸਰਕਾਰਾਂ ਨਾ ਜਾਗੀਆਂ ਤਾਂ ਫਿਰ ਹੋਰ ਕਦਮ ਅੱਗੇ ਚੁਣਨ ਦਾ ਐਲਾਨ ਕੀਤਾ ਜਾਏਗਾ। ਇਹ ਵੀ ਗੱਲ ਹੈ ਕਿ ਪੰਜਾਬ ਦਾ ਲਾਅ ਐਂਡ ਆਰਡਰ ਵੀ ਖਤਮ ਹੋ ਗਿਆ। ਆ ਲੁਧਿਆਣੇ ਕੀ ਹੋਇਆ, ਅਜੇ ਪਤਾ ਨਹੀਂ ਕੀ ਹੋਣਾ ਹੈ। ਇਸ ਕਰਕੇ ਮੈਂ ਹੁਣ ਸਰਬੀਰ ਨੂੰ ਆਖੂੰਗਾ ਕਿ ਉਹ ਹੋਰ ਐਡ ਕਰ ਲੇ। ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਜੋ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਪਣੇ ਵਿਚਾਰ ਦਿੱਤੇ, ਮੈਂ ਉਹਨਾਂ ਚੀਜ਼ਾਂ ਦੇ ਥੋੜੀ ਹੋਰ ਡੂੰਘਾਈ ਜਾਣਾ ਚਾਹਣਾ। ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਬੇਅਦਬੀਆਂ ਹੋ ਰਹੀਆਂ, ਜਿਵੇਂ ਬਾਦਲ ਸਾਹਿਬ ਨੇ ਦੱਸਿਆ, ਪਰ ਪੁਲਿਸ ਦੋਸ਼ੀਆਂ ਨੂੰ ਫੜਨ ਦੇ ਬਜਾਏ ਉਹਨਾਂ ਨੂੰ ਬਚਾਉਣ ਤੇ ਲੱਗੀ ਹੈ। ਜਦੋਂ ਤੱਕ ਸ਼੍ਰੀ ਅਨੰਦਪੁਰ ਸਾਹਿਬ ਬੇਅਦਬੀ ਹੋਈ, ਦੋਸ਼ੀਆਂ ਨੂੰ ਫੜਾਇਆ ਗਿਆ, ਪੁਲਿਸ ਦੇ ਹਵਾਲੇ ਕੀਤਾ ਗਿਆ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕੋਈ ਬੈਕਗ੍ਰਾਉਂਡ ਨਹੀਂ ਦੱਸਿਆ, ਚੁੱਪ ਕਰਕੇ ਜੇਲ੍ਹ ਭੇਜ ਦਿੱਤਾ ਤੇ ਮੈਟਰ ਉੱਥੇ ਹੀ ਦਬਾਉਣ ਦੀ ਕੋਸ਼ਿਸ਼ ਕੀਤੀ। ਜਦੋਂ 15 ਦਸੰਬਰ ਨੂੰ ਗੁਟਕਾ ਸਾਹਿਬ ਪਾਵਨ ਸਰੋਵਰ ਸਾਹਿਬ ਦਰਬਾਰ ਸਾਹਿਬ ਵਿੱਚ ਸਿੱਟੇ ਗਏ, ਉੱਥੇ ਬੇਅਦਬੀ ਕੀਤੀ ਗਈ, SGPC ਨੇ ਜੋ ਦੋਸ਼ੀ ਹੈ ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਨੇ ਇਨਵੈਸਟੀਗੇਸ਼ਨ ਕਰਨ ਦੀ ਬਜਾਏ ਉਸ ਦੋਸ਼ੀ ਨੂੰ ਸਿੱਧਾ ਜੇਲ੍ਹ ਭੇਜ ਦਿੱਤਾ। ਹਲੇ ਤੱਕ ਤੁਸੀਂ ਦੇਖ ਲਓ ਕਿੰਨੇ ਦਿਨ ਹੋ ਗਏ ਹੈ, 10 ਦਿਨ ਤੋਂ ਵੱਧ ਟੱਪ ਗਏ, ਹਲੇ ਤੱਕ ਕੋਈ ਪੁਲਿਸ ਤੋਂ ਬਿਆਨ ਨਹੀਂ। ਜੇ ਉਦੋਂ ਪੁਲਿਸ ਐਕਟਿਵ ਹੋ ਜਾਂਦੀ, ਫੜ ਲੈਂਦੀ, ਪਤਾ ਲੱਗਾ ਲੈਂਦੀ ਦੀ, ਤੇ ਜੋ 18 ਤਰੀਕ ਨੂੰ ਜੋ ਹੋਇਆ ਘਟਨਾ, ਜੋ ਸਭ ਤੋਂ ਮਾੜੀ ਘਟਨਾ ਹੈ ਆਪਣੇ ਇਤਿਹਾਸ ਵਿੱਚ, ਜ਼ਿੰਦਗੀ 'ਚ ਇਹ ਜੀ ਘਟਨਾ ਇੱਕ ਵਾਰ ਪਹਿਲੇ ਦਰਬਾਰ ਸਾਹਿਬ ਤੇ ਹਮਲਾ ਕਾਂਗਰਸ ਸਰਕਾਰ ਨੇ ਟੈਂਕਾਂ ਤੋਪਾਂ ਤੇ ਕੀਤਾ, ਤੇ ਹੁਣ ਕਾਂਗਰਸ ਦੀ ਸਰਕਾਰ ਦੇ ਦੌਰਾਨ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਇੱਕ ਦੁਸ਼ਟ ਇਨਸਾਨ ਨੇ ਉੱਤੇ ਹਮਲਾ ਕੀਤਾ। ਤੁਸੀਂ ਦੇਖ ਲਓ, ਦੂਜੇ ਜੇ 4 ਦਿਨ ਪਹਿਲੇ ਗੁਟਕਾ ਸਾਹਿਬ ਦੇ ਜਿਹੜੇ ਦੋਸ਼ੀ ਫੜੇ ਜਾਂਦੇ, ਫੜ ਤੇ ਲਿੱਤੇ, ਜੇ ਪਤਾ ਕੌਨਸਪੀਰੇਸੀ ਪਤਾ ਲੱਗ ਜੀ ਸ਼ਾਇਦ ਆ ਨਾ ਹੁੰਦਾ। ਹੁਣ ਜਿਹੜਾ ਦੂਜਾ ਦਰਬਾਰ ਸਾਹਿਬ ਦੇ ਅੰਦਰ ਹੋਇਆ, ਤੁਸੀਂ, ਮੈਂ ਪੁੱਛਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਕਿ 7 ਦਿਨਾਂ ਦੇ ਅੰਦਰ ਅੰਦਰ ਕ੍ਰਿਮੇਟ ਇਮੀਡੀਏਟਲੀ ਕਰ ਦਿੱਤਾ। ਮਤਲਬ ਕ੍ਰਿਮੇਸ਼ਨ ਦਾ ਮਤਲਬ ਹੈ ਕਿ ਜਮਾ ਹੀ ਠੱਪ ਕਰਨਾ। ਕਹਿੰਦੇ ਜੇ ਅਸੀਂ ਇਸ਼ਤਿਹਾਰ ਵੀ ਕਰ ਦਿੱਤਾ ਤੇ ਉਹਦੇ ਬਾਅਦ ਕੋਈ ਆਇਆ ਨਹੀਂ। ਜੇ ਤੁਸੀਂ ਦੱਸੋ ਕਿਹੜੇ ਅਖਬਾਰਾਂ 'ਚ ਇਸ਼ਤਿਹਾਰ ਕੱਢਿਆ ਹੈ? ਜੇ ਇਸ਼ਤਿਹਾਰ ਕੱਢਦੇ ਹੋ ਘੱਟ ਤੋਂ ਘੱਟ 10 ਦਿਨ ਦਿਓ, 15 ਦਿਨ ਦਿਓ, ਪਤਾ ਲੱਗੇ, ਕੋਈ ਜਵਾਬ ਦੇ। ਪਰ 7 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਇਸ਼ਤਿਹਾਰ ਵੀ ਕੱਢਿਆ, ਉਹ ਵੀ ਨਹੀਂ ਪਤਾ ਕਿਹੜੇ ਅਖਬਾਰ 'ਚ ਕੱਢਿਆ। ਚੰਨੀ ਦੀ ਰੋਜ਼ ਫੋਟੋ ਹਿੰਦੁਸਤਾਨ ਦੇ ਸਾਰੇ ਅਖਬਾਰਾਂ 'ਚ ਫੁੱਲ ਪੇਜ ਆਉਂਦੀ ਹੈ, ਜਿੱਥੇ ਝੂਠ ਦੱਸਿਆ ਗਿਆ ਉਹਦੇ ਬਾਰੇ ਤੇ ਰੋਜ਼ ਇਸ਼ਤਿਹਾਰ ਦਿੰਦੇ ਹੈ। ਜਿੱਥੇ ਦੋਸ਼ੀ ਦਾ ਪਤਾ ਕਰਾਉਣ ਵਾਸਤੇ ਜਿਹਨੇ ਐਡਾ ਵੱਡਾ ਹਮਲਾ ਪੰਜਾਬ ਗੁਰੂ ਘਰ 'ਚ ਕੀਤਾ ਹੈ, ਉਹਦੇ ਵਾਸਤੇ ਤਾਂ ਇਸ਼ਤਿਹਾਰ ਮੈਂ ਕਿਤੇ ਦੇਖਿਆ ਨਹੀਂ। ਤੇ ਕਹਿਣਾ ਕਿ ਜੀ ਸਾਡੇ ਕੋਲ ਕੋਈ ਜਵਾਬ ਹੀ ਨਹੀਂ ਆਇਆ, 2 ਦਿਨਾਂ 'ਚ ਸਾਨੂੰ ਪਤਾ ਹੀ ਨਹੀਂ ਲੱਗਿਆ, ਕੋਈ ਦੱਸਿਆ ਨਹੀਂ, ਕਲੇਮ ਨਹੀਂ ਕੀਤਾ। ਆ ਕਲੀਅਰ ਕੱਟ ਹੈ ਕਵਰ ਅਪ ਆਪਰੇਸ਼ਨ ਹੈ ਕਾਂਗਰਸ ਸਰਕਾਰ ਦਾ। ਇਹਦਾ ਮਤਲਬ ਕਾਂਗਰਸ ਸਰਕਾਰ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ। ਨਾ ਪਹਿਲੇ ਗੁਟਕਾ ਸਾਹਿਬ ਵਾਲੇ ਦੋਸ਼ੀ ਨੂੰ ਕੁਝ ਕੀਤਾ, ਨਾ ਪਤਾ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਦੂਜਾ ਦੋਸ਼ੀ ਕੀ ਹੈ। ਇਸ ਕਰਕੇ ਇਹ ਨੀਅਤ ਕਾਂਗਰਸ ਦੀ ਸਰਕਾਰ ਦੀ ਨਹੀਂ ਹੈ। ਆ ਗਾਂਧੀ ਪਰਿਵਾਰ ਤੇ ਕਾਂਗਰਸ ਨੇ ਲਗਾਤਾਰ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ। ਆ ਸਾਜ਼ਿਸ਼ ਤੇ ਇਸ ਕਰਕੇ ਜਿਵੇਂ ਕਿਹਾ ਕਿ ਮੰਜੀ ਸਾਹਿਬ ਦਰਬਾਰ ਸਾਹਿਬ 2 ਤਰੀਕ ਨੂੰ ਬਹੁਤ ਵੱਡਾ ਪੰਥਕ ਇਕੱਠ ਅਸੀਂ ਕਰ ਰਹੇ ਹਾਂ, ਜਿੱਥੇ ਜੇ ਉਸ ਤਰੀਕ ਤੱਕ ਸਾਨੂੰ ਦੋਸ਼ੀਆਂ ਨਾ ਦੱਸਿਆ, ਉਹਦੇ ਅਗਲਾ ਫੈਸਲਾ ਸੀ ਉਹਦੇ ਬਾਅਦ ਕੀ ਐਕਸ਼ਨ ਪਲਾਨ ਹੋਊਗਾ। ਪਰ ਜਿਹੜੀ ਵੱਡੀ ਗੱਲ ਹੈ, ਜਿਹੜੀ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ, ਜਿਹੜੀ ਇਨਕੁਆਇਰੀ ਕਮੇਟੀ ਬਿਠਾਈ ਗਈ ਹੈ, ਜਿਹੜੀ ਦਰਬਾਰ ਸਾਹਿਬ ਤੇ ਜਿਹੜੇ ਅਟੈਕ ਕੀਤਾ ਸੀ ਅੰਦਰ ਜਾ ਕੇ ਦੋਸ਼ੀ ਨੇ, ਕਿਹਦੇ ਥੱਲੇ ਦਿਖਾਈ ਗਈ ਹੈ? DCP ਅੰਮ੍ਰਿਤਸਰ ਦੀ ਕਮੇਟੀ ਬਣੀ ਹੈ।
ਡੀਸੀਪੀ ਕੌਣ ਹੈ? ਪੰਜਾਬ ਸਰਕਾਰ ਦੇ ਥੱਲੇ ਲੱਗਿਆ ਹੈ। ਅੱਜ ਜਿਹੜਾ ਪੰਜਾਬ ਸਰਕਾਰ ਜਿਵੇਂ ਕੰਮ ਕਰ ਰਹੀ ਹੈ, ਜਿਵੇਂ ਝੂਠੇ ਕੇਸ ਬਣਾ ਰਹੀ ਹੈ, ਡੀਜੀਪੀ ਵਰਗੇ ਲੋਕ ਪੰਜਾਬ ਸਰਕਾਰ ਦੇ ਕਹਿਣ ਤੇ ਝੂਠੇ ਕੇਸ ਕਰਾ ਰਹੇ ਹੈ, ਤੇ ਜੇ ਡੀਸੀਪੀ ਨੂੰ ਕਮੇਟੀ ਬਣਾਓਗੇ ਤੁਸੀਂ ਅਸੀਂ ਕੋਈ ਪੰਜਾਬ ਦਾ ਵਸਨੀਕ ਜਾਂ ਸਿੱਖ ਪੰਥ ਉਹਦੇ ਵਿਸ਼ਵਾਸ ਨਹੀਂ ਕਰਦਾ। ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਸਿਟਿੰਗ ਹਾਈ ਕੋਰਟ ਜੱਜ ਦੀ ਮੋਨੀਟਰਡ ਆਪਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੋਣੀ ਚਾਹੀਦੀ ਹੈ। ਹਾਈ ਕੋਰਟ ਸਿਟਿੰਗ ਜੱਜ ਦੀ ਮੋਨੀਟਰਡ। ਤੁਸੀਂ ਦੇਖਿਆ ਬਹੁਤ ਵੱਡੇ ਵੱਡੇ ਕੇਸਾਂ 'ਚ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਮੋਨੀਟਰਡ ਐਸਆਈਟੀ ਬਣਦੀ ਹੁੰਦੀ ਹੈ, ਜਿਹੜਾ ਹਾਈ ਕੋਰਟ ਦੇ ਜੱਜ ਮੋਨੀਟਰ ਕਰਦੇ ਆ। ਪੰਜਾਬ ਦੇ ਜਨਤਾ ਨੂੰ, ਸਿੱਖ ਪੰਥ ਨੂੰ ਕਿਸੇ ਕਾਂਗਰਸ ਦੀ ਸਰਕਾਰ, ਚੰਨੀ ਸਰਕਾਰ, ਸੁੱਖੀ ਰੰਧਾਵਾ ਸਰਕਾਰ ਤੇ ਕੋਈ ਵਿਸ਼ਵਾਸ ਨਹੀਂ ਹੈ, ਕਿਉਂਕਿ ਉਹ ਬਚਾਉਣ ਦੇ ਫਿਰਦੇ ਆ, ਕਵਰ ਅਪ ਆਪਰੇਸ਼ਨ ਤੇ ਲੱਗੇ ਆ। ਤੇ ਅਸੀਂ ਸੈਂਟਰ ਦੀ ਏਜੰਸੀਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ, ਦੇਖੋ ਇਹ ਜਿਹੀ ਘਟਨਾ ਅੱਜ ਤੱਕ ਕਿਤੇ ਨਹੀਂ ਹੋਈ, ਜਿਹੋ ਜਿਹੀ ਘਟਨਾ ਅੱਜ ਹੋਈ ਐਕਟਿਵਾ। ਐਡਾ ਵੱਡਾ ਹਮਲਾ ਪੰਥ ਤੇ ਹੋਣਾ ਤੇ ਇੰਨੀ ਛੋਟੀ ਗੱਲ ਬਣਾ ਦੇਣੀ ਕਾਂਗਰਸ ਸਰਕਾਰ ਨੇ, ਇਹ ਤੋਂ ਮਾੜੀ ਗੱਲ, ਇਹਦੀ ਮਾੜੀ ਸੋਚ ਕਾਂਗਰਸ ਸਰਕਾਰ ਦੀ ਨਹੀਂ ਹੋ ਸਕਦੀ। ਇਸ ਕਰਕੇ ਅਸੀਂ ਜਿਹੜਾ ਹਾਈ ਕੋਰਟ ਦੀ ਐਸਆਈਟੀ ਮੋਨੀਟਰ ਚਾਹੁੰਦੇ ਹਾਂ, ਤੇ ਅਸੀਂ ਹੁਣ ਗਵਰਨਰ ਸਾਹਿਬ ਨੂੰ ਵੀ ਅਗਲੇ ਦਿਨਾਂ 'ਚ ਟਾਈਮ ਲੈ ਰਹੇ ਹਾਂ, ਜਿੱਥੇ ਅਸੀਂ ਗਵਰਨਰ ਸਾਹਿਬ ਨੂੰ ਕਹਾਂਗੇ ਕਿ ਪੰਜਾਬ ਦੀ ਸਰਕਾਰ ਸੀਰੀਅਸ ਨਹੀਂ ਲੈ ਰਹੀ। ਇਹਦਾ ਕਲੀਅਰ ਕੱਟ ਹੈ, ਜਿਹੜੀ ਸੀਰੀਅਸਨੈਸ ਮੈਂ ਦੇਖ ਰਿਹਾ, ਇਹਦਾ ਮਤਲਬ ਮੈਨੂੰ ਐ ਲੱਗਦਾ ਹੈ ਕਿ ਇਸ ਕੌਨਸਪੀਰੇਸੀ ਵਿੱਚ ਪੰਜਾਬ ਸਰਕਾਰ ਵੀ ਹੋ ਸਕਦੀ ਹੈ। ਜਿਸ ਤਰੀਕੇ ਦਾ ਇਹਨਾਂ ਦਾ ਵਤੀਰਾ ਹੈ, ਜਿਸ ਤਰੀਕੇ ਨਾਲ ਕਵਰ ਅਪ ਹੈ, ਤੁਸੀਂ ਜਾਣਦੇ ਹੋ ਪਿਛਲੀ ਇਲੈਕਸ਼ਨ ਤੋਂ ਪਹਿਲੇ ਵੀ ਬੇਅਦਬੀਆਂ ਹੋਈਆਂ, ਪਰ ਬੇਅਦਬੀ ਦੋਸ਼ੀਆਂ ਨੂੰ ਫੜਨ ਦੇ ਬਜਾਏ ਇਹਨਾਂ ਨੇ 5 ਸਾਲ ਸਿਆਸਤ ਕੀਤੀ। ਸਿਆਸਤ ਇੱਕੋ ਨਿਸ਼ਾਨੇ ਤੇ ਰੱਖੀ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਬਾਦਲ ਪਰਿਵਾਰ ਨੂੰ ਬਦਨਾਮ ਕੀਤਾ ਜਾਏ। ਪਰ ਭਾਵੇਂ ਜਿੰਨੇ ਵੀ ਜੱਜਾਂ ਦੀਆਂ ਕਮੇਟੀਆਂ ਬਣਾਈਆਂ, ਐਸਆਈਟੀਆਂ ਬਣਾਈਆਂ, ਸਾਰੀਆਂ ਹੀ ਫੇਲ ਹੋਈਆਂ, ਹਾਈ ਕੋਰਟ ਨੇ ਰੱਦ ਕੀਤੀਆਂ। ਹੁਣ ਜੀ ਵਤੀਰਾ ਇਹਨਾਂ ਦਾ ਹੋਣਾ ਹੈ, ਜਿਵੇਂ ਇਹਨਾਂ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਚੰਨੀ ਦਾ ਵਤੀਰਾ, ਸੁੱਖੀ ਰੰਧਾਵਾ ਦਾ ਵਤੀਰਾ, ਆ ਕੁਝ ਵੀ ਕਰਾ ਸਕਦੇ ਹੈ, ਪੰਜਾਬ ਦੀ ਹਾਲਾਤ ਵਿਗਾੜ ਵੀ ਸਕਦੇ ਹੈ। ਆ ਜਿਹੜੀ ਕਾਂਗਰਸ ਪਾਰਟੀ ਕਿਤੇ ਪੰਜਾਬ ਦਾ ਭਲਾ ਨਹੀਂ ਸੋਚਦੀ, ਆ ਪਾਰਟੀ ਅਮਨ ਸ਼ਾਂਤੀ ਦੀ ਗੱਲ ਸੋਚਦੀ ਨਹੀਂ। ਆ ਚਾਹੁੰਦੀ ਹੈ ਜਿਹੜੀ ਅਮਨ ਸ਼ਾਂਤੀ ਪੰਜਾਬ 'ਚ ਵਿਗੜੇ ਤੇ ਅਸੀਂ ਮਾਹੌਲ ਐਜਾ ਖੜਾ ਕਰੀਏ, ਭਰਾਵਾਂ ਤੇ ਭਰਾਵਾਂ ਨੂੰ ਲੜਾਈਏ, ਉਹਦੇ ਵਿੱਚ ਫਾਇਦਾ ਕੱਢੀਏ। ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੋਚ ਹੈ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਲੀਅਰ ਦੱਸੀ ਹੈ ਕਿ ਅਸੀਂ ਸਾਰੇ ਧਰਮਾਂ ਦੀ ਇਕੱਠੇ ਰੱਖਣ ਦੀ ਸਾਡੀ ਸੋਚ ਹੈ, ਇਕੱਠੇ ਜੋੜਨ ਦੀ ਸਾਡੀ ਸੋਚ ਹੈ। ਤੇ ਜਿੰਨੇ ਸਾਲ ਸ਼੍ਰੋਮਣੀ ਅਕਾਲੀ ਦਲ ਰਾਜ ਰਿਹਾ, ਸਾਡੀ ਸੋਚ ਰਹੀ ਹੈ ਕਿ ਪੰਜਾਬ ਦੀ ਤਰੱਕੀ ਅਮਨ ਸ਼ਾਂਤੀ ਨਹੀਂ ਹੋਊਗੀ, ਤੇ ਅਸੀਂ ਅਮਨ ਸ਼ਾਂਤੀ ਪੂਰੀ ਰੱਖੀ ਤੇ ਨਾਲੇ ਅਸੀਂ ਹਰ ਧਰਮ ਨੂੰ ਇਕੱਠੇ ਰੱਖਿਆ, ਜਿਹੜੀ ਸੋਚ ਕਾਂਗਰਸ ਦੀ ਨਹੀਂ ਹੈ ਤੇ ਦੂਜੀਆਂ ਸੈਂਟਰ ਦੀਆਂ ਪਾਰਟੀਆਂ ਦੀ ਨਹੀਂ ਹੈ। ਇਸ ਕਰਕੇ ਅੱਜ ਤਿੰਨੇ ਨੈਸ਼ਨਲ ਪਾਰਟੀਆਂ ਪੰਜਾਬ ਤੇ ਪੰਜਾਬੀਆਂ ਦੀ ਖੇਤਰੀ ਪਾਰਟੀ ਤੇ ਹਮਲਾ ਕਰ ਰਹੀਆਂ। ਅਸੀਂ ਉਹਨਾਂ ਦੀ ਚੇਤਾਵਨੀ ਪੂਰਾ ਕਬੂਲ ਕਰਦੇ ਹਾਂ, ਪਰ ਜਿਹੜੀ ਅੱਜ ਅਸੀਂ ਸਪੈਸ਼ਲ ਮੀਟਿੰਗ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਰੱਖੀ ਹੈ, ਉਹ ਇਸ ਬੜੀ ਦੁਖਦਾਈ ਘਟਨਾ ਜਿਹੜੀ ਦਰਬਾਰ ਸਾਹਿਬ ਹੋਈ ਹੈ, ਇਸ ਕਰਕੇ ਅਸੀਂ ਪੂਰੇ ਵਿਚਾਰ ਕੀਤੇ ਹੈ। ਸ਼੍ਰੋਮਣੀ ਅਕਾਲੀ ਦਲ ਡਿਮਾਂਡ ਕਰਦਾ ਹੈ ਕਿ ਕੌਨਸਪੀਰੇਸੀ ਦੇ ਮਗਰ ਕੌਣ ਹੈ, ਉਹ ਪੰਜਾਬ ਦੀ ਨਹੀਂ, ਸਿੱਖ ਕੌਮ ਤੇ ਦੇਸ਼ ਵਾਸੀ ਚਾਹੁੰਦੇ ਹੈ ਕਿ ਪਤਾ ਲੱਗੇ ਕਿ ਇਹ ਜੀ ਘਟਨਾ ਅੱਗੇ ਤੋਂ ਨਾ ਹੋਏ, ਕਿਉਂਕਿ ਅਗਰ ਇਹ ਜੀ ਕੋਈ ਘਟਨਾ ਹੋ ਜਾਂਦੀ ਹੈ ਫਿਰ ਬਹੁਤ ਵੱਡਾ ਨੁਕਸਾਨ ਦੇਸ਼ ਦਾ, ਪੰਜਾਬ ਦਾ ਤੇ ਅਮਨ ਸ਼ਾਂਤੀ ਦਾ ਹੁੰਦਾ ਹੈ। तो मैं फिर तो डिमांड करदा कि आ हाई कोर्ट मॉनिटर SIT बनाई जाए। आ जी DCP की जी SIT है भी रिजेक्ट करते हैं। जिस तरीके नाल इन्वेस्टिगेशन हो रही है, जिस तरीके नाल दबाया जा रहा है, दोषियों को बचाया जा रहा है, असी स्ट्रोंगली कंडेम करते हैं। इसलिए एक पंथिक कट असी 2 जनवरी ਨੂੰ ਰੱਖਿਆ ਦਰਬਾਰ ਸਾਹਿਬ ਮੰਜੀ ਸਾਹਿਬ ਹਾਲ ਤੇ ਅਸੀਂ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੁਸੀਂ ਦੇਖੀ ਹੈ। ਅੱਜ ਜੋ ਬੰਬ ਆਪਣੇ ਉੱਥੇ ਹੋਇਆ ਲੁਧਿਆਣੇ ਵਿੱਚ ਬੰਬ ਬਲਾਸਟ ਹੋਇਆ, ਥੋੜੇ ਦਿਨ ਪਹਿਲੇ बैंक लुटे गए, थोड़े दिन पहले किडनैपिंग,
ਹਰ ਰੋਜ਼ ਕਿਡਨੈਪਿੰਗ ਦੀ, ਗੁੰਡਾਗਰਦੀ ਦੀ, ਬੰਬ ਬਲਾਸਟ ਦੀ ਇਹ ਜਿਹੀਆਂ ਖਬਰਾਂ ਆ ਰਹੀਆਂ। ਪੰਜਾਬ ਪੁਲਿਸ ਆਪਣੀ ਜ਼ਿੰਮੇਵਾਰੀ ਨਹੀਂ ਸੰਭਾਲ ਰਹੀ। ਜਿਹੜੀ ਜ਼ਿੰਮੇਵਾਰੀ ਪੰਜਾਬ ਪੁਲਿਸ ਦੀ ਹੈ ਕੱਲੀ ਪੋਲੀਟੀਕਲ ਵੰਡੇਟਾ ਤੇ ਲੱਗੀ ਹੈ, ਸਾਰਾ ਟਾਈਮ ਵੰਡੇਟਾ ਪੋਲੀਟੀਕਲ ਲੱਗੀ ਹੈ, ਪਰ ਜ਼ਿੰਮੇਵਾਰੀ ਨਹੀਂ ਸੰਭਾਲੀ। ਇਸ ਕਰਕੇ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਚਾਹੁੰਦਾ ਹੈ, ਖਾਸ ਕਰਕੇ ਡੀਜੀਪੀ ਨੂੰ, ਜਿਹੜਾ ਡੀਜੀਪੀ ਕੰਪੀਟੈਂਟ ਨਹੀਂ ਡੀਜੀਪੀ ਬਣਦਾ, ਜਿਹਦੀ ਡੀਜੀਪੀ ਨੂੰ यूपीएससी ਨੇ ਕਿਹਾ ਕਿ ਆ ਸਭ ਤੋਂ ਨਿਕੰਮਾ ਬੰਦਾ ਹੈ, ਇਹਨੂੰ ਡੀਜੀਪੀ ਨਾ ਲਾਇਆ ਜਾਏ, ਪਰ ਉਸ ਨਿਕੰਮੇ ਬੰਦੇ ਨੂੰ ਇਹਨਾਂ ਨੇ ਡੀਜੀਪੀ ਲਾਇਆ। ਕਿਉਂ? ਕਿਉਂਕਿ ਉਹਨੇ ਕਮਿਟਮੈਂਟ ਦਿੱਤੀ ਹੈ ਕਿ ਮੈਂ ਜੋ ਕਹੂੰਗੇ ਮੈਂ ਕਰੂੰਗਾ। ਜਿਹੜਾ ਕਾਨੂੰਨੀ ਜਿਹੜੇ ਕੰਮ ਉਹ ਕਰ ਰਿਹਾ ਗੈਰ ਕਾਨੂੰਨੀ ਹੈ, ਜਿਹੜਾ ਗੈਰ ਕਾਨੂੰਨੀ ਕੰਮ ਕਰੂਗਾ ਉਹਨੂੰ ਭੁਗਤਣਾ ਵੀ ਪੈਣਾ। तो इस करके मैं सारे पंजाबियों की भावना, सिख जगत की भावना, देशवासियों की भावना अज मीडिया सामने रख रहे हैं कि जेड़े बेअदबी दरबार साहब छोई है, सानू विश्वास नहीं है पंजाब सरकार की जिहड़ी इन्वेस्टिगेशन जिवें करा रही है। असी चाहुंदे हैं ते डिमांड करते हैं कि पंजाब सरकार इमीडिएटली हाईकोर्ट सिटिंग हाईकोर्ट जज की मॉनिटर्ड SIT की जिम्मेवारी दे। Any questions? कहते बड़े थोनू सत श्री अकाल कहते हथ जोड़ के सत श्री अकाल जी, जे कहो तो खड़ा होके सत श्री अकाल बुला। परवाना साहब ਤੁਸੀਂ परवाना साहब ਨੂੰ ਨਾਲ ਲੈ ਕੇ ਆਉਣਾ ਸੀ ਅੱਜ। ਭਾਰਤਵਾਜ ਜੀ ਤਾਂ ਆਪ ਗਏ, ਤੁਹਾਨੂੰ ਬੈਠਣ ਨੂੰ ਗਿਆ, ਤੁਹਾਨੂੰ ਖੜਨ ਨੂੰ ਮੇਰਾ ਸਵਾਲ ਸਰ ਇਹ ਹੈ ਕਿ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਕਾਫੀ ਐਕਟਿਵ ਹੋ ਗਏ ਹੋ। ਬੜਾ ਇੱਕ ਸਿੰਪਲ ਸਵਾਲ ਇਹ ਹੈ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੈਂਪੇਨ ਤਾਂ ਕਰੋਗੇ, ਕੀ ਤੁਸੀਂ ਆਪਣੇ ਲੰਬੀ ਹਲਕੇ ਤੋਂ ਖੜੋਗੇ? देखो जी, मैं पार्टी खातर जान भी दे सकता। मैंने हुक्म करे कोर कमेटी जो मेरी ड्यूटी लावे मैं कर सकता। इस करके पहला भी मेरी सारी जिंदगी जिहड़ी है वो समय दे प्रधान भावें किसी फैसले नाल मैं मुतफिक नहीं भी हुंदा रहा, उन्हां दी हुक्म दी पालना मैं की है। इस करके मेरा कोई इधर उधर का है नहीं। मैं तो पार्टी का हुक्म मनने वाला वफादार सिपाही हाँ। ये वेख ये लैन भी मेरी की ड्यूटी लानी है, लेकिन तुहानू पता भी मैं 94 साल का हो गया। अक्सर सर तुसीं किहा करदे सी कि राज ते खाज आपे कीतियां मजा आउंदा। ਕਹਿੰਦੇ ਰਾਜ ਤੇ ਖਤਮ ਕਿਹਾ ਕਰਦੇ ਸੀ ਕਿ ਰਾਜ ਤੇ ਖਾਜ ਆਪੇ ਕੀਆ, ਆਪਣੇ ਕੀਆ ਚੰਗਾ ਲੱਗਦਾ। ਰਾਜ ਆਪਣੇ ਆਪ ਕਰਦੇ ਨੇ, ਰਾਜ ਤੇ ਖਾਜ ਉਹ ਚੰਗਾ ਲੱਗਦਾ। ਰਾਜ ਤੇ ਖਾਜ ਖੁਰਕ ਜਿਹੜੀ ਹੁੰਦੀ ਹੈ ਨਾ, ਰਾਜ ਤੇ ਜਿਹੜੀ ਖੁਰਕ ਹੁੰਦੀ ਹੈ ਨਾ, ਆਪਣੇ ਕੀਤਾ ਹੀ ਵਧਾਉਂਦਾ। ਕਹਿੰਦਾ ਤੁਸੀਂ ਇਹ ਦੱਸੋ ਕਿ ਜੇ ਤੁਹਾਡੀ ਹੁਣ ਪਾਰਟੀ ਜਿੱਤ ਜਾਂਦੀ ਹੈ, ਚੋਣਾਂ 'ਚ ਬਹੁਮਤ ਲੈ ਜਾਂਦੀ ਹੈ, ਤਾਂ ਚੀਫ ਮਿਨਿਸਟਰੀ ਤੁਸੀਂ देखो ये चीफ मिनिस्टरियां छोटी जी गल है। हुण साडे सामने वड्डा मुद्दा जिहड़ा है ਉਹ ਦਰਬਾਰ ਸਾਹਿਬ ਦੇ ਸੈਕਟਰੀ ਦਾ। ਹੋਰ ਸਾਡੀ ਨਾ ਕੋਈ ਅਜੇ ਸੋਚ ਹੈ, ਇਹਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਉਹਦਾ ਕੋਈ ਫਰਕ ਨਹੀਂ ਪੈਂਦਾ। ਲੇਕਿਨ ਸਾਡਾ ਸਭ ਤੋਂ ਵੱਡੀ ਡਿਊਟੀ ਹੈ ਕਿ ਇਹਨੂੰ ਨੱਥ ਪਾਈਏ। ਇਹ ਜਿਹੜੇ ਕਦਮ ਚੁੱਕੇ ਜਾ ਰਹੇ ਹੈ ਇਹਦੇ ਵਾਸਤੇ ਕੋਈ ਕੀਤਾ ਜਾਏ। ਦੇਖੋ ਮੈਂ ਇਹ ਵੀ ਤੁਹਾਨੂੰ ਕਹਾਂਗਾ ਕਿ ਇਹਨਾਂ ਦਾ ਜਿਹੜਾ ਸਾਰਾ ਕੁਝ ਕਰ ਰਹੇ ਹੈ, ਅੱਗੇ ਵੀ 5-7 ਸਾਲ ਇਹਨਾਂ ਨੇ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ, ਸੁਖਬੀਰ ਨੂੰ ਤੇ ਮੇਰੀ ਵਾਈਫ ਤੇ ਵੀ ਝੂਠੇ ਮੁਕੱਦਮੇ ਬਣਾਏ। ਫਿਰ ਆ ਸੈਕਟਰਲ ਦੇ ਜਿਹੜੇ ਕੇਸ ਸਨ, ਕਦੇ ਕੋਈ ਕਮਿਸ਼ਨ ਮੁਕਰਰ ਕਰਤਾ, ਕਦੇ ਸਿੱਟ ਕਮਿਸ਼ਨ। ਲੇਕਿਨ ਅਸੀਂ ਨਾ ਕਦੇ ਡਰੇ ਹਾਂ ਤੇ ਨਾ ਜਦੋਂ ਕਹਿਣ ਅਸੀਂ ਇੱਕ ਸੈਕਿੰਡ ਵੀ ਨਹੀਂ ਤੇ ਜਿਹੜੇ ਥਾਣੇ ਚਾਕਣਗੇ, ਜਿਹੜੀ ਜੇਲ੍ਹ 'ਚ, ਉਹਦੇ ਅੱਗੇ ਨਿਕਲ ਜਾਣਗੇ। 18 ਸਾਲ ਪੁਰਾਣੇ ਡਰੱਗ ਕੇਸ ਦੇ ਵਿੱਚ ਮਜੀਠੀਆ ਸਾਹਿਬ ਦੇ
ਵਿਰੁੱਧ FIR ਦਰਜ ਕਰਵਾਈ ਹੈ, ਇਹਦੇ ਤੇ ਤੁਹਾਡਾ ਕੀ ਕਮੈਂਟ? ਦੇਖੋ ਤੁਹਾਨੂੰ ਨਹੀਂ ਪਤਾ। ਪਤਾ ਹੈ ਜੀ, ਪਰ ਵੇਖੋ ਮੈਂ ਤੁਹਾਨੂੰ ਤੁਹਾਡਾ ਦਿਲ ਪੁੱਛਣਾ ਚਾਹੁੰਦਾ। ਨਹੀਂ, ਸਾਨੂੰ ਦੇਖੋ ਵੀ ਮੇਰੀ ਪਤਾ ਗੱਲ ਹੈ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਜੀ ਕਿ ਪ੍ਰੈਸ ਦੀ ਬਹੁਤ ਵੱਡੀ ਡਿਊਟੀ ਹੁੰਦੀ ਹੈ, ਔਰ ਮੈਂ ਤਾਂ ਪਾਰਟੀਆਂ ਨਾਲੋਂ ਵੀ ਪ੍ਰੈਸ ਦੀ ਡਿਊਟੀ ਜਿਹੜੀ ਹੈ ਉਹ ਪਵਿੱਤਰ ਵੀ ਹੈ ਤੇ ਵੱਡੀ ਵੀ ਹੈ। ਇਸ ਵੇਲੇ ਤੁਹਾਨੂੰ ਚਾਹੀਦਾ ਹੈ ਕਿ ਸੱਚਾਈ ਦੇ ਨਾਲ ਖੜੇ ਹੋ, ਔਰ ਜਿਹੜੇ ਇਸ ਤਰ੍ਹਾਂ ਦੇ ਝੂਠੇ ਮੁਕੱਦਮੇ ਬਣਾਉਂਦੇ ਹੈ ਜਾਂ ਜਿਨ੍ਹਾਂ ਦਾ ਮਨਸ਼ਾ ਹੀ ਝੂਠੇ ਮੁਕੱਦਮੇ ਬਣਾਉਣੇ ਹੈ, ਜਦ ਸੈਕਰੇਜ ਕਰਨਾ ਉਹਨਾਂ ਦੇ ਖਿਲਾਫ ਡਟ ਕੇ ਖੜੇ ਹੋ। ਇਹ ਮੇਰੀ ਤੁਹਾਨੂੰ ਅਪੀਲ ਹੈ ਤੇ ਮੇਰਾ ਖਿਆਲ ਹੈ ਕਿ ਤੁਸੀਂ, ਤੁਹਾਡਾ ਦਿਲ ਸਭ ਕੁਝ ਜਾਣਦਾ ਹੈ, ਤੁਹਾਡਾ ਸਾਡੇ ਨਾਲ ਵੀ ਜ਼ਿਆਦਾ ਤਜਰਬਾ ਹੈ ਔਰ ਤੁਹਾਨੂੰ ਸਾਡੇ ਨਾਲ ਵੀ ਜ਼ਿਆਦਾ ਵਾਕਫ ਹੈ। ਇਹ ਮੇਰੀ ਤੁਹਾਡੇ ਕੋਲ ਬੇਨਤੀ ਹੈ। ਸੀ ਸ਼੍ਰੋਮਣੀ ਜੇ ਹੋਰ ਅਕਾਲੀ ਦਲ ਤੁਸੀਂ ਤਾਂ ਮੰਨ ਲਓ ਇਕੱਲੇ। ਸ਼੍ਰੋਮਣੀ ਅਕਾਲੀ ਦਲ ਕਿਸੇ ਝੂਠੇ ਕੇਸ ਜਾਂ ਸਰਕਾਰ ਤੋਂ ਨਹੀਂ ਡਰਦਾ। ਸਾਰੇ ਬੱਚੇ ਨੂੰ ਪੰਜਾਬ 'ਚ ਪਤਾ ਹੈ ਕਿ ਝੂਠਾ ਕੇਸ ਹੈ। 3 DGP ਨੇ ਨਾ ਕਰਤੀ ਕਰਨ ਨੂੰ, 3 ਡਾਇਰੈਕਟਰ ADGP ਬਿਊਰੋ ਆਫ ਇਨਵੈਸਟੀਗੇਸ਼ਨ ਨੇ ਨਾ ਕਰਤੀ, ਲਿਖਤ ਨਾ ਕੀਤੀ ਹੈ ਕਿ ਆ ਝੂਠੇ ਕੇਸ ਅਸੀਂ ਨਹੀਂ ਕਰ ਸਕਦੇ। 2 SSP ਨੂੰ ਬੁਲਾਇਆ, ਉਹਨਾਂ ਨੇ ਲਿਖਤ ਵਾਪਸ ਕਰਤਾ ਕਿ ਨਹੀਂ ਕਰ ਸਕਦੇ। ਜਦੋਂ ਸਾਰੇ ਪੁਲਿਸ ਦੇ SSPਆਂ ਨੇ ਨਾ ਕਰਤੀ, ADGPਆਂ ਨੇ ਨਾ ਕਰਤੀ, 3 DGP ਨੇ ਨਾ ਕਰਤੀ, ਫਿਰ ਇਹਨਾਂ ਨੇ ਇੱਕ ਨਲਾਇਕ ਨਖਿੱਧ ਬੰਦਾ ਜਿਹੜਾ DGP ਦੇ ਫਿੱਟ ਨਹੀਂ ਰਹਿਣ ਵਾਸਤੇ, ਜਿਹਨੂੰ UPSC ਨੇ ਰਿਜੈਕਟ ਕੀਤਾ, DGP ਜਿਹੜਾ ਅਗਲੇ 2 ਮਹੀਨਿਆਂ 'ਚ ਰਿਟਾਇਰ ਹੋ ਰਿਹਾ, ਉਹੀ ਚੱਤੋਪਾਧਿਆਏ ਜਿਹਦੀ ਡਿਊਟੀ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਲਾਈ ਸੀ, ਸਾਡੇ ਖਿਲਾਫ ਇਨਵੈਸਟੀਗੇਸ਼ਨ ਕਰਤੀ, ਜਿਹੜੇ ਹਾਈ ਕੋਰਟਾਂ ਨੇ ਤੇ ਲੋਅਰ ਕੋਰਟਸ ਨੇ ਸਾਨੂੰ ਕੁਇਟ ਕੀਤਾ ਕਿ ਸਾਰਾ ਝੂਠ ਦਾ ਪਲੰਦਾ ਹੈ। ਉਸ ਨੂੰ ਬਣਾਇਆ ਕਿ ਤੇਰਾ ਸ਼ੌਂਕ DGP ਬਣਨ ਦਾ ਪੂਰਾ ਕਰਦੇ ਆ, ਤੂੰ ਝੂਠਾ ਕੇਸ ਕਰੇ। ਉਹਦੇ ਕਹਿਣ ਤੇ ਵੀ ਨਹੀਂ ਕੋਈ ਮੰਨੇ, ਫਿਰ ਇਹਨੇ ਆਪਣੇ ਥੱਲੇ ਡਾਇਰੈਕਟਲੀ ਆਰਡਰ ਕੀਤਾ। ਹਿਸਟਰੀ ਵਿੱਚ ਪਹਿਲਾ ਕੇਸ ਹੋਣਾ ਜਿੱਥੇ DGP ਡਾਇਰੈਕਟ ਕਰਦਾ ਕਿ ਰਜਿਸਟਰ ਹੈ ਕੇਸ। ਅੱਜ ਤੱਕ ਕਿਸੇ DGP ਜੇ ਰਜਿਸਟਰ ਕੇਸ ਕਰਨਾ ਤੇ ਪੁਲਿਸ ਥਾਣੇ SHO ਡਿਸਾਈਡ ਕਰਦਾ ਕੇਸ ਫਿੱਟ ਹੈ ਕਿ ਨਹੀਂ ਹੈ। ਹਾਊ ਕੈਨ ਅ DGP ਡਾਇਰੈਕਟ ਐਂਡ SHO ਡਾਇਰੈਕਟ ਕਰਕੇ SHO ਰਜਿਸਟਰ ਕਰਾਇਆ ਇੱਕ ਝੂਠਾ ਕੇਸ, ਕੰਪਲੀਟਲੀ ਫੈਬਰਿਕੇਟਡ ਕੇਸ। ਸੋ ਇਸ ਕਰਕੇ we will fight all legal battles. We have full faith in the judiciary. ਜਦੋਂ ਦਾ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਪੰਜਾਬ ਵਿੱਚ, ਜਦੋਂ ਦੀਆਂ ਬੇਅਦਬੀਆਂ ਹੋ ਰਹੀਆਂ ਸਰ, 150 ਤੋਂ ਜ਼ਿਆਦਾ ਪੰਜਾਬ 'ਚ ਹੋ ਚੁੱਕੀਆਂ ਜੀ ਬੇਅਦਬੀਆਂ, ਇਨਸਾਫ ਨਹੀਂ ਮਿਲਿਆ ਸਰ। ਕਿਹੜੀਆਂ ਉਹ ਸ਼ਕਤੀਆਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਇੱਕ ਧੁਰਾ ਬਣਾ ਲਿਆ? ਗੁਰੂ ਸਾਹਿਬ ਤੇ ਹਰ ਜ਼ਿਲ੍ਹੇ ਦੇ ਵਿੱਚ, ਹਰ ਸੂਬੇ ਦੇ ਵਿੱਚ, ਹਰ ਦੇਸ਼ ਦੇ ਵਿੱਚ ਹੈ ਜੀ। ਕਾਫੀ ਬੇਅਦਬੀਆਂ ਹੋਈਆਂ 4 ਸਾਲ ਤੋਂ 150 ਬੇਅਦਬੀ ਹੋਈ ਹੈ ਹੁਣ ਇਹਨਾਂ ਸਾਲਾਂ 'ਚ, 4 ਸਾਲਾਂ ਦੇ ਵਿੱਚ। ਕਿਹੜੀਆਂ ਸ਼ਕਤੀਆਂ ਜਿਹੜੀਆਂ ਆ ਕਰਾ ਰਹੀਆਂ? ਹਰ ਦੇਸ਼ ਦੇ ਵਿੱਚ ਜੀ, ਹਰ ਸੂਬੇ ਦੇ ਵਿੱਚ ਗੁਰੂ ਸਾਹਿਬ ਵਸਦੇ ਨੇ, ਗੁਰਦੁਆਰੇ ਨੇ, ਉੱਥੇ ਕਿਉਂ ਦੇਖੋ ਅਰਜ਼ ਹੈ, ਇੱਥੇ ਕਿਉਂ ਹੋ ਰਹੀਆਂ ਜੀ? ਵੇਖੋ ਮੈਂ ਮੁਕਤੀ ਗੱਲ ਕਰਦਾ ਕਿ ਤੁਸੀਂ ਸਭ ਕੁਝ ਜਾਣਦੇ ਹੋ। ਮੇਰੀ ਜ਼ਿੰਦਗੀ ਵੀ ਜਿਹੜੀ ਹੈ ਇੱਕ ਖੁੱਲੀ ਕਿਤਾਬ ਹੈ। ਪਹਿਲਾਂ ਤਾਂ ਕੋਈ ਇੱਕ ਮੈਨੂੰ ਕੇਸ ਦੱਸ ਦੇਣ ਜਿੰਨਾ ਮੈਂ ਇਹ ਸੇਵਾ ਸੀ ਕਿਸੇ ਕਾਂਗਰਸੀ ਦੇ ਜਾਂ ਆਪੋਨੈਂਟ ਦੇ ਖਿਲਾਫ ਕੇਸ ਬਣਾਇਆ ਹੋਵੇ। ਮੈਂ ਅਸੈਂਬਲੀ 'ਚ ਵੀ ਸਾਰਾ ਇੱਕ ਕੇਸ ਦੱਸਿਆ ਸੀ ਤੁਹਾਨੂੰ, ਜਿਹੜੇ ਕੋਈ ਪੁਰਾਣੇ ਬੰਦੇ ਆ ਉਹਨਾਂ ਨੂੰ ਯਾਦ ਹੋਣਾ ਹੈ। ਤੇ ਅਸੀਂ ਤਾਂ ਧਰਮਾਂ ਦਾ, ਸਾਰੇ ਧਰਮਾਂ ਦਾ ਇੰਨਾ ਸਤਿਕਾਰ ਕਰਦੇ ਹਾਂ ਕਿ ਇੱਥੋਂ ਤੱਕ ਕਿ ਜਿੰਨੇ ਧਰਮਾਂ ਦੇ ਪਵਿੱਤਰ ਸਥਾਨ ਹਨ, ਭਾਵੇਂ ਅਜਮੇਰ ਸ਼ਰੀਫ ਹੈ, ਭਾਵੇਂ ਵਾਰਾਣਸੀ ਹੈ, ਭਾਵੇਂ ਹਜ਼ੂਰ ਸਾਹਿਬ ਹੈ, ਭਾਵੇਂ ਕ੍ਰਿਸ਼ਨ ਹੈ, ਸਭ ਤੇ ਪੰਜਾਬ ਦੇ ਲੋਕਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਦਰਸ਼ਨ ਕਰਕੇ ਆਓ, ਇਹਦਾ ਸਾਰਾ ਖਰਚਾ ਅਸੀਂ ਦੇਵਾਂਗੇ। ਇਸ ਕਰਕੇ ਵੀਰੋ ਤੁਸੀਂ ਸਾਰੇ ਸਾਨੂੰ ਜਾਣ ਦਿਓ ਕੀ ਸਾਡੀ ਪਾਲਿਸੀ ਹੈ, ਕੀ ਸਾਡਾ ਕਿਰਦਾਰ ਹੈ, ਕੀ ਸਾਡਾ ਪਿਛੋਕੜ ਹੈ। ਅਸੀਂ ਇਹ ਗੱਲਾਂ ਜਿਹੜੀਆਂ ਇਹ ਕਰਦੇ ਛੋਟੀਆਂ ਛੋਟੀਆਂ ਅਸੀਂ ਤਾਂ ਕਦੇ ਸੋਚ ਹੀ ਨਹੀਂ ਸਕਦੇ। ਜਦੋਂ ਸਰਕਾਰ ਬਣਦੀ ਹੈ, ਜਿਵੇਂ ਫਲ ਦਰਖਤ ਨੂੰ ਲੱਗਦਾ ਉਹ ਝੁਕਦਾ ਹੈ, ਜਿਹੜੇ ਸਰਕਾਰ ਬਣ ਜੇ, ਮੁੱਖ ਮੰਤਰੀ ਬਣ ਜੇ, ਉਹ ਸਾਰੀ ਸਟੇਟ ਦਾ ਹੁੰਦਾ, ਪਾਰਟੀ ਦਾ ਨਹੀਂ ਹੁੰਦਾ। ਮੈਂ ਤਾਂ ਇਹ ਸਮਝਦਾ ਰਿਹਾ ਤੇ ਕਦੇ ਇਹ ਜਿਹਾ ਮੌਕਾ ਨਹੀਂ ਦਿੱਤਾ। ਤੇ ਹੁਣ ਇਹਨਾਂ ਨੂੰ ਸਮਝਾਓ ਤੁਸੀਂ, ਅਸੀਂ ਤਾਂ ਨਾ ਕਦੇ ਦਰਸ਼ਨ ਕਰਨੇ ਉਹਨਾਂ ਦੇ ਨਾਲ ਸੀ। ਜੇ ਕਾਂਗਰਸ ਪਾਰਟੀ ਦਾ ਜੇ ਤੁਸੀਂ ਇਤਿਹਾਸ ਦੇਖੋ,
ਕਾਂਗਰਸ ਪਾਰਟੀ ਦਾ ਜੇ ਤੁਸੀਂ ਇਤਿਹਾਸ ਦੇਖੋ, ਜਦੋਂ ਦਾ ਦੇਸ਼ ਆਜ਼ਾਦ ਹੋਇਆ, ਉਹਨਾਂ ਦੀ ਪੋਲਿਟਿਕਸ ਹੈ ਡਿਵਾਈਡ ਐਂਡ ਰੂਲ। ਉਹਨਾਂ ਨੇ ਭਰਾਵਾਂ ਨੂੰ ਲੜਾ ਕੇ ਉਹਨਾਂ ਨੇ ਜੰਗ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੀ ਪਾਰਟੀ ਦਰਬਾਰ ਸਾਹਿਬ ਤੇ ਹਮਲਾ ਕਰ ਸਕਦੀ ਹੈ, ਜਿਹੜੀ ਪਾਰਟੀ ਹਜ਼ਾਰਾਂ ਗੁਰੂ ਘਰਾਂ ਤੇ ਨੂੰ ਅਗਨੀ ਭੇਟ ਕਰ ਸਕਦੀ ਹੈ, ਜਿਹੜੀ ਪਾਰਟੀ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕਰਾ ਸਕਦੀ ਹੈ, ਉਹ ਪਾਰਟੀ ਹਰ ਕੁਝ ਵੀ ਕਰ ਸਕਦੀ ਹੈ। ਅੱਜ ਜਿਹੜੀਆਂ ਬੇਅਦਬੀਆਂ ਹੋ ਰਹੀਆਂ, ਆ ਸਾਰੀ ਤੁਸੀਂ ਦੇਖ ਲਓ ਕਿਵੇਂ ਨਵਜੋਤ ਸਿੰਘ ਸਿੱਧੂ, ਜਿਹੜੇ ਉਹਦੇ ਮੰਤਰੀ ਵੀ ਕਹਿ ਰਹੇ ਆ ਏਜੰਸੀਆਂ ਦਾ ਬੰਦਾ ਹੈ, ਤੇ ਜੋ ਨਵਜੋਤ ਸਿੰਘ ਸਿੱਧੂ ਦਾ ਤੁਸੀਂ ਦੇਖ ਰਹੇ ਹੋ ਜਾਇਜ਼ਾ ਵਤੀਰਾ, ਜਾਇਜ਼ਾ ਉਹ ਹਾਲਾਤ ਕ੍ਰੀਏਟ ਕਰ ਰਿਹਾ ਹੈ, ਕੁਝ ਵੀ ਹੋ ਸਕਦਾ ਹੈ। ਤੇ ਤਾਈਓ ਅਸੀਂ ਜਾਂਚ ਇੱਕ ਸਿਟਿੰਗ ਜੱਜ ਦੀ ਮੋਨੀਟਰ ਚਾਹੁੰਦੇ ਹਾਂ, ਕਿਉਂਕਿ ਜਿਹੜੀ ਕਾਂਗਰਸ ਦੀ ਸਰਕਾਰ ਦੀ ਜਿਹੜੀ ਅਸੀਂ ਦੇਖ ਰਹੇ ਹਾਂ ਕਵਰ ਅਪ ਆਪਰੇਸ਼ਨ, ਨਹੀਂ ਤਾਂ ਜੀ ਐਡੀ ਵੱਡੀ ਗੱਲ ਹੋਏ, ਦਰਬਾਰ ਸਾਹਿਬ ਤੇ ਹਮਲਾ ਹੋਏ, ਤੇ ਤੁਸੀਂ ਕਵਰ ਅਪ ਕਰੋ। ਕੋਈ ਸਿੱਖ, ਸੱਚਾ ਸਿੱਖ, ਕੋਈ ਕਿਸੇ ਧਰਮ ਵਾਲਾ ਜਿਹਦੇ ਤੇ ਕੋਈ ਐਜਾ ਹਮਲੇ ਹੋਏ ਹੋਣ, ਕਵਰ ਅਪ ਨਹੀਂ ਕਰਦਾ। ਪਰ ਚੰਨੀ ਸਰਕਾਰ ਕਵਰ ਅਪ ਤੇ ਲੱਗੀ ਹੈ। ਇਹਦਾ ਮਤਲਬ ਕੀ ਹੈ? ਉਹਨਾਂ ਨੂੰ ਪਤਾ ਹੈ, ਜਾਂ ਉਹ ਬਚਾਉਣਾ ਚਾਹੁੰਦੇ ਆ, ਜਾਂ ਉਹ ਕੀ ਕਰਨਾ ਚਾਹੁੰਦੇ ਆ। ਸੁਖਬੀਰ ਜੀ, ਕੇਸਰ ਸੁਸਾਇਟੀ ਨੂੰ ਲੈ ਕੇ ਪੋਲਰਾਈਜੇਸ਼ਨ ਦੀ ਕੋਸ਼ਿਸ਼ ਹੋ ਰਹੀ ਹੈ ਕੀ ਕੇਸਰ ਸੁਸਾਇਟੀ ਨੂੰ ਮੈਂ ਉਹੀ ਕਹਿਣਾ ਚਾਹਣਾ, ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਬਾਦਲ ਸਾਹਿਬ ਦੱਸੀ ਹੈ ਕਿ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ, ਸਾਰੇ ਧਰਮਾਂ ਨੂੰ ਸਿਕਿਉਰ ਫੀਲ ਕਰਾਉਣਾ, ਭਾਈਚਾਰਕ ਸਾਂਝ। ਕਾਂਗਰਸ ਦੀ ਹੈ ਸਾਰੇ ਧਰਮਾਂ ਨੂੰ ਲੜਾਉਣਾ, ਲੜਾ ਕੇ ਪੋਲਰਾਈਜ਼ ਕਰਨਾ। ਉਹੀ ਸੋਚ ਨਾਲ ਇਹ ਕੰਮ ਹੁੰਦੀਆਂ। ਜਿਵੇਂ ਹੁਣ ਮੰਦਰਾਂ ਤੇ ਵੀ ਤੁਸੀਂ ਦੇਖਿਆ ਹੋਣਾ ਬੇਅਦਬੀ ਮੰਦਰਾਂ 'ਚ ਵੀ ਹੋਏ ਹੈ। ਅਸੀਂ ਸਟਰੋਂਗਲੀ ਕੰਡੈਮ ਕਰਦੇ ਹਾਂ ਜਿਹੜੀ ਪਿਛਲੇ 2 ਦਿਨਾਂ 'ਚ ਮੰਦਿਰ ਤੇ ਵੀ ਬੇਅਦਬੀ ਹੋਈ ਹੈ। ਇੱਕਦਮ ਕਿਉਂ ਹੋ ਰਹੀਆਂ? ਪਿਛਲੀ ਵਾਰ ਇਲੈਕਸ਼ਨ 'ਚ ਵੀ ਹੋਇਆ, ਬੈਨੀਫਿਟ ਕਾਂਗਰਸ ਨੇ ਲਿੱਤਾ। ਹੁਣ ਉਹਨਾਂ ਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਵਾ ਚੱਲ ਪਈ ਹੈ, ਤੇ ਫਿਰ ਤੋਂ ਉਹ ਮਾਹੌਲ ਬਣਨ ਲੱਗ ਗਿਆ। ਸੋ ਆਈ ਐਮ ਵੈਰੀ ਕਲੀਅਰ ਕਿ ਇਹਦੇ ਪਿੱਛੇ ਜੇ ਇਨਵੈਸਟੀਗੇਸ਼ਨ ਸਹੀ ਹੋਊਗੀ, ਕਾਂਗਰਸ ਦੀ ਸਰਕਾਰ ਦਾ ਪੱਕਾ ਹੱਥ ਨਿਕਲੂਗਾ, ਇਹਨਾਂ ਦੇ ਬੰਦਿਆਂ ਦਾ ਪੱਕਾ ਹੱਥ ਨਿਕਲੂਗਾ। ਸੁਖਬੀਰ ਜੀ, ਜਿਹੜਾ ਲੁਧਿਆਣੇ ਬਲਾਸਟ ਹੋਇਆ ਹੈ, ਉਹ ਮੁੱਢਲੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਕਿ ਸੁਸਾਈਡ ਬੰਬਰ ਜਿਹੜਾ ਵਾ ਉਹ ਹੋ ਸਕਦਾ ਵਾ, ਉਹਨੇ ਆਪਣੇ ਆਪ ਨੂੰ ਬੰਬ ਲਗਾਇਆ ਹੋਵੇ। ਤੁਹਾਨੂੰ ਕੀ ਲੱਗ ਰਿਹਾ, ਅਜੇ ਤੱਕ ਕੋਈ ਜਾਣਕਾਰੀ ਨਹੀਂ? ਮੈਂ ਉਹੀ ਕਹਿਣਾ ਚਾਹਣਾ ਹੈ, ਇੰਨੇ ਸਾਲ ਕੋਈ ਬੰਬਰ ਆਇਆ ਨਹੀਂ ਸੁਸਾਈਡ, ਇੱਕਦਮ ਇਲੈਕਸ਼ਨ ਆ ਗਏ, ਬੰਬਰ ਵੀ ਸੁਸਾਈਡ ਬੰਬ ਵੀ ਹੋ ਗਿਆ। ਆ ਸਾਰੀਆਂ ਏਜੰਸੀਆਂ ਦਾ ਕੰਮ ਹੈ ਪੰਜਾਬ ਬਾਰਡਰ ਸਟੇਟ ਨੂੰ ਡਿਸਟਰਬ ਕਰਨਾ। ਉਹ ਦੇਖ ਰਹੇ ਹੈ ਪੋਲਰਾਈਜ਼ ਕਰਨਾ। ਸ਼੍ਰੋਮਣੀ ਅਕਾਲੀ ਦਲ ਦੀ ਹਵਾ ਦੇਖਦੇ ਕਿ ਉਹਨੇ ਦੇਖਿਆ ਕਿ ਸਾਰੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਇਕੱਠੇ ਜੁੜ ਰਹੇ ਹੈ ਕਿ ਹੁਣ ਪੋਲਰਾਈਜ਼ੇਸ਼ਨ ਕੀਤੀ ਜਾਏ, ਐਜ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਜਾਏ ਕਿ ਐਂ ਲੱਗੇ ਕਿ ਇੱਕ ਹਰ ਬੰਦਾ ਇਨਸਿਕਿਉਰ ਫੀਲ ਕਰੇ। ਜਿਹੜੀ ਸੋਚ ਇਹਨਾਂ ਦੀ ਸੈਂਟਰ ਦੀ ਤੇ ਪੰਜਾਬ ਦੀ ਸਰਕਾਰਾਂ ਦੀ ਹੈ। ਸੁਖਬੀਰ ਜੀ, ਤੁਸੀਂ ਕਿਹਾ ਹਾਲਾਤ ਖਰਾਬ ਹੋ ਸਕਦੇ ਨੇ, ਡੀਜੀਪੀ ਦੇ ਵੀ ਸਵਾਲ ਖੜੇ ਕੀਤੇ। ਹਾਲਾਤ ਖਰਾਬ ਨਾ ਹੋਣ ਕੀ ਪਲੈਨਿੰਗ ਕੀਤੀ ਜਾ ਸਕਦੀ? ਮੈਂ ਕਹਿੰਦਾ ਤੁਸੀਂ ਡੀਜੀਪੀ ਕੰਪੀਟੈਂਟ ਡੀਜੀਪੀ ਲਾਓ। ਜੇ ਡੀਜੀਪੀ ਲਾਓ ਜਿਹੜਾ ਯੂਪੀਐਸਸੀ ਕਹਿੰਦੀ ਹੈ ਹੀ ਇਜ਼ ਨਾਟ ਫਿਟ ਟੂ ਬੀ ਡੀਜੀਪੀ। ਯੂਪੀਐਸਸੀ ਕੋਈ ਪੰਜਾਬ ਸਰਕਾਰ ਦੀ ਏਜੰਸੀ, ਗਵਰਨਮੈਂਟ ਆਫ ਸੈਂਟਰਲ ਏਜੰਸੀ ਹੈ ਵਿਚ ਸਿਲੈਕਟਸ ਡੀਜੀਪੀ। ਉਹ ਕਹਿ ਰਹੀ ਹੈ ਕਿ ਇਨਕੰਪੀਟੈਂਟ ਡੀਜੀਪੀ ਹੈ। ਜੇ ਇਨਕੰਪੀਟੈਂਟ ਡੀਜੀਪੀ ਲਾਉਂਗੇ ਜਿਹਦਾ ਕੰਮ ਹੈ ਝੂਠੇ ਕੇਸ ਕਰਨਾ, ਤੇ ਕਹਿੰਦਾ ਜੀ ਜੋ ਦਿਨੇ ਰਹਿ ਕੇ ਰਾਤ 8-8 ਘੰਟੇ ਡੀਜੀਪੀ ਚੀਫ ਮਿਨਿਸਟਰ ਤੇ ਸੁੱਖੀ ਰੰਧਾਵਾ ਦੇ ਘਰੇ ਬੈਠਾ ਰਹਿੰਦਾ ਹੈ। ਜਿਹੜਾ ਡੀਜੀਪੀ ਮੁੱਖ ਮੰਤਰੀ ਦੇ ਘਰੇ ਹੀ ਬੈਠਾ ਰਹੇ ਤੇ ਪੰਜਾਬ ਭਾਵੇਂ ਲੁੱਟ ਕੇ ਲੈ ਜੇ, ਤੇ ਇਹਨੂੰ ਕੀ ਫਿਕਰ ਹੈ? ਅੱਜ ਤੁਸੀਂ ਪਿਛਲੇ 15 ਦਿਨਾਂ ਦੀ ਗੱਲ ਕਰ ਲਓ, ਜਦੋਂ ਡੀਜੀ ਲੱਗਿਆ ਹਰ ਰੋਜ਼ ਡਕੈਤੀ, ਐਕਸਟੋਰਸ਼ਨ ਤੇ ਬੰਬ ਬਲਾਸਟ ਹੋਣ ਲੱਗੇ, ਸੈਕਰੇਜ ਹੋਣ ਲੱਗੀ ਹੈ, ਹੀਰੋਇਨ, ਡਰੱਗਸ ਲੈ ਕੇ ਸਾਰਾ ਕੁਝ ਹੋਈ ਜਾਂਦਾ, ਤੇ ਡੀਜੀਪੀ ਕੀ ਕਰ ਰਿਹਾ? ਝੂਠੇ ਕੇਸ ਕਰਾਉਣੇ। ਥੈਂਕ ਯੂ।